Good morning, grade 8. I hope you all are well and fit and fine at your home. Class, ਅੱਜ ਦੇ ਲੈਕਚਰ ਵਿੱਚ ਅਸੀਂ ਕਰਾਂਗੇ ਗਰੀਬਮਾਰ ਬੱਚੇ ਤੁਹਾਡਾ ਚੈਪਟਰ ਨੰਬਰ 17 ਇਹਦੇ ਵਿੱਚ ਗਰੀਬਮਾਰ ਦੇ ਬਾਰੇ ਦਰਸਾਇਆ ਗਿਆ ਹੈ ਕਿ ਕਿਵੇਂ ਗਰੀਬਾਂ ਦੇ ਨਾਲ ਜ਼ੋਰ ਜ਼ਬਰਦਸਤੀ ਕੀਤੀ ਜਾਂਦੀ ਹੈ। ਜ਼ਰੀ ਗੋਟੇ ਦੇ ਇਸ ਕਾਰਖਾਨੇ ਤੇ ਇਹ ਪਹਿਲਾਂ ਕੋਈ ਛਾਪਾ ਨਹੀਂ ਸੀ। ਬੱਚੇ ਇਹ ਛਾਪਾ ਮਤਲਬ ਜਰੀ ਗੋਟਾ ਮਤਲਬ ਤੁਸੀਂ ਜਾਣਦੇ ਹੋ ਜਿਵੇਂ ਕਿ ਕੱਪੜੇ ਦੀ ਕਢਾਈ ਵਗੈਰਾ ਦਾ ਕੰਮ ਜਿੱਥੇ ਕੀਤਾ ਜਾਂਦਾ ਹੈ ਤੇ ਉੱਥੇ ਛੋਟੇ ਛੋਟੇ ਬੱਚੇ ਜਿਹੜੇ ਮਜ਼ਦੂਰੀ ਕਰਦੇ ਨੇ ਤੇ ਉੱਥੇ ਜਦੋਂ ਛਾਪਾ ਪੈਂਦਾ ਹੈ ਤਾਂ ਬੱਚੇ ਜਿਹੜੇ ਛੋਟੇ ਬਾਲ ਮਜ਼ਦੂਰੀ ਕਰਵਾਈ ਜਾਂਦੀ ਹੈ ਇਹ ਮਜ਼ਦੂਰਾਂ ਨੂੰ ਭਜਾ ਦਿੱਤਾ ਜਾਂਦਾ ਹੈ। ਬੱਚੇ ਜਦੋਂ ਇਹ ਮਜ਼ਦੂਰ ਭੱਜ ਜਾਂਦੇ ਨੇ ਤੇ ਇਹਨਾਂ ਦੇ ਨਾਲ ਬੱਚੇ ਗਰੀਬਮਾਰ ਇਸ ਕਰਕੇ ਹੁੰਦੀ ਹੈ ਕਿਉਂਕਿ ਇਹਨਾਂ ਨੂੰ ਜਦੋਂ ਭਜਾ ਦਿੱਤਾ ਜਾਂਦਾ ਹੈ ਕੰਮ ਤੋਂ ਕੱਢ ਦਿੱਤਾ ਜਾਂਦਾ ਇਹਨਾਂ ਦੀ ਜਿਹੜੀਆਂ ਤਨਖਾਹਾਂ 5-5 6-6 ਮਹੀਨੇ ਦੀਆਂ ਹੇਠਾਂ ਮਾਲਕਾਂ ਨੇ ਰੱਖੀਆਂ ਹੁੰਦੀਆਂ ਹਨ ਉਹ ਤਨਖਾਹਾਂ ਨਹੀਂ ਇਹਨਾਂ ਨੂੰ ਮਿਲਦੀਆਂ। ਇਹਨਾਂ ਨੂੰ ਘਰਾਂ ਦੇ ਵਿੱਚ ਜਾਣ ਨੂੰ ਕਹਿ ਦਿੱਤਾ ਜਾਂਦਾ ਹੈ। ਬੱਚੇ ਇਹ ਲੋਕ ਫਿਰ ਬਹੁਤ ਜ਼ਿਆਦਾ ਬੱਚੇ ਤੰਗੀ ਹਾਲਾਤ ਵਿੱਚ ਹੋ ਜਾਂਦੇ ਹਨ ਕਿਉਂਕਿ ਉਹਨਾਂ ਕੋਲ 5-5 6-6 ਮਹੀਨੇ ਦੀ ਤਨਖਾਹ ਜਿਹੜੀ ਉਹਨਾਂ ਨੂੰ ਨਹੀਂ ਮਿਲੀ ਹੁੰਦੀ ਤੇ ਇਹ ਇੱਕ ਗਰੀਬ ਮਾਰ ਦਾ ਨਾਮ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਦੀ ਸੰਬੰਧਿਤ ਕਹਾਣੀ ਹੈ ਬੱਚੇ ਇੱਕ ਛੋਟਾ ਬੱਚਾ ਜੋ ਕਸੀਦਾਕਾਰੀ ਦਾ ਕੰਮ ਕਢਾਈ ਦਾ ਕੰਮ ਕਰਦਾ ਹੈ। ਪੁਲਿਸ ਦਾ ਛਾਪਾ ਪੈਂਦਾ ਹੈ ਫੈਕਟਰੀ ਤੇ ਤਾਂ ਬੱਚੇ ਨੂੰ ਪੁਲਿਸ ਦੇ ਹੁਕਮਾਂ ਦੇ ਅਨੁਸਾਰ ਉਹਦੇ ਘਰ ਛੱਡਣ ਜਾਣ ਲਈ ਕਿਹਾ ਜਾਂਦਾ ਹੈ ਪਰੰਤੂ ਉਹ ਬੱਚਾ ਖੁਸ਼ ਨਹੀਂ ਹੈ ਕਿਉਂਕਿ ਉਹਦੇ ਘਰ ਦੇ ਹਾਲਾਤ ਬਹੁਤ ਮਾੜੇ ਹਨ ਤੇ ਉਸ ਦਾ ਘਰ ਦਾ ਗੁਜ਼ਾਰਾ ਵੀ ਉਸਦੇ ਇਸ ਰੋਜ਼ਗਾਰ ਇਸ ਕਮਾਈ ਦੇ ਕਰਕੇ ਹੀ ਚੱਲ ਰਿਹਾ ਹੁੰਦਾ ਹੈ। ਉਹ ਆਪਣੇ ਰਸਤੇ ਦੇ ਵਿੱਚ ਜਾਂਦੇ ਹੋਏ ਪੁਲਿਸ ਕਰਮਚਾਰੀ ਨੂੰ ਸਾਰੀ ਦੀ ਸਾਰੀ ਕਹਾਣੀ ਦੱਸਦਾ ਹੈ ਕਿਸ ਤਰ੍ਹਾਂ ਉਸ ਨਾਲ ਗਰੀਬਮਾਰ ਹੋਈ ਸੀ। ਜ਼ਰੀ ਗੋਟੇ ਦੇ ਇਸ ਕਾਰਖਾਨੇ ਤੇ ਇਹ ਪਹਿਲਾਂ ਕੋਈ ਛਾਪਾ ਨਹੀਂ ਸੀ। ਪੁਲਿਸ ਅਕਸਰ ਇਸ ਤਰ੍ਹਾਂ ਦੇ ਕਾਰਖਾਨਿਆਂ ਉੱਪਰ ਛਾਪੇ ਮਾਰਦੀ ਹੀ ਰਹਿੰਦੀ ਹੈ ਪਰ ਇਸ ਵਾਰ ਇਸ ਛਾਪੇ ਦਾ ਮਤਲਬ ਕੁਝ ਹੋਰ ਸੀ। ਕਾਰਖਾਨੇ 'ਚੋਂ 12 ਨਾਬਾਲਗ ਬੱਚੇ ਫੜੇ ਗਏ ਅਤੇ ਉਸ ਨੂੰ ਬਾਲ ਮਜ਼ਦੂਰੀ ਦੇ ਕਾਨੂੰਨ ਅਧੀਨ ਇਹਨਾਂ ਕੰਮਾਂ ਤੋਂ ਆਜ਼ਾਦ ਕਰਾ ਕੇ ਜ਼ਬਰੀ ਉਹਨਾਂ ਦੇ ਪਿਛਲੇ ਪਤਾ ਟਿਕਾਣਿਆਂ ਉੱਪਰ ਰਵਾਨਾ ਕਰ ਦਿੱਤਾ ਗਿਆ। ਅਜਿਹੇ ਬਾਲ ਮਜ਼ਦੂਰਾਂ 'ਚੋਂ ਇੱਕ ਸੀ ਰਾਜੂ, ਰੰਗ ਦਾ 16 ਮਾਰਚੂ ਜਿਹਾ, ਸਿਰ ਉੱਪਰ ਛੋਟੇ ਛੋਟੇ ਵਾਲ ਤੇ ਤੇੜ ਮੈਲੀ ਜਿਹੀ ਨਿੱਕਰ। ਜਦੋਂ ਉਸ ਨੂੰ SDM ਦੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਉਹ ਹੱਥ ਜੋੜ ਕੇ ਮਿੰਨਤਾਂ ਕਰਨ ਲੱਗਾ, हमको जाने दो साहब, हम कुछ नहीं जानता, हमारे मामू के पास जाने दो। तुम्हारा नाम क्या है? जी राजू। पूरा नाम बोल। जी राजू प्रताप सिंह। बाप का नाम? जी प्रताप सिंह। कहाँ रहते हो? मामू की खोली में। कहाँ? ਉਸਨੇ ਦੱਸਿਆ ਕਿ ਉਹ ਮਾਮੇ ਆਪਣੇ ਕੋਲ ਰਹਿੰਦਾ ਹੈ। SDM ਮਾਦਰੀ ਕੋਲ ਨੇ ਉਸ ਬੱਚੇ ਵੱਲ ਧਿਆਨ ਨਾਲ ਵੇਖਿਆ। ਉਸ ਨੂੰ ਉਹ ਕਿਸੇ ਘਰ ਵਿੱਚ ਬਰਤਨ ਤੇ ਸਫਾਈ ਕਰਨ ਵਾਲਾ ਮੁੰਡਾ ਜਾਪਿਆ। क्या काम करते हो? जी मेहनत मजदूरी। मेहनत मजदूरी तो सब करते हैं, तुम क्या काम करते हो कारखाने में? जी आरी का काम करता हूँ। आरी का काम? ਮੈਡਮ ਹੈਰਾਨ ਸੀ ਕਿ ਇਹ ਜੋ ਮੁੰਡਾ ਮਸਾਂ ਹੀ 11-12 ਸਾਲ ਦਾ ਹੈ ਉਹ ਇਸ ਕਢਾਈ ਦੇ ਕੰਮ ਦੀ ਗੱਲ ਕਰਦਾ ਹੈ ਜਿਸ ਵਾਸਤੇ ਉਸਨੇ ਹਾਲੇ ਕੱਲ੍ਹ ਹੀ ਆਪਣਾ ਸੂਟ ਰੇਸ਼ਮੀ ਸੂਟ ਬਣਵਾਉਣ ਵਾਸਤੇ ਦਿੱਤਾ। ਕਿ ਐਨੀ ਛੋਟੀ ਉਮਰ ਵਿੱਚ ਬੱਚੇ ਇਹ ਸਭ ਕੁਝ ਸਿੱਖ ਲੈਂਦੇ ਹਨ? ਦੇਖੋ ਅਭੀ काम नहीं करना कोई, तुम्हें गाँव भेजा जाएगा, जहाँ जाके वहाँ पढ़ना। मैडम ने उसनू समझाया, देखो इस नू इसदे पिंड भेजना है, इधर उधर नहीं छड्डना। जेड़ा भी इस नू छड्डन जाए उसकी वीडियो बना के लैके आए। मैडम ने आर्डर दिता। राजू नू एक बार फिर समझा दिता गया कि उस नू उसदे घर भेजिया जा रहा है ते वो किसी काम ते ना जा सके। स्कूल विच अपना नाम दाखल करवावे ते पढ़ाई मुकम्मल करे। उसकी पढ़ाई उसकी उम्र पढ़ाई दी है, काम दी नहीं। अगले दिन सुमित राजू ਨੂੰ ਲੈ ਕੇ ਬਿਹਾਰ ਵਾਸਤੇ ਰਵਾਨਾ ਹੋ ਗਿਆ। ਰੇਲ ਦਾ ਸਟੇਸ਼ਨ ਉਸ ਦੇ ਪਿੰਡ ਤੋਂ 150 ਕਿਲੋਮੀਟਰ ਦੀ ਦੂਰੀ ਤੇ ਸੀ। ਉਸ ਨੇ ਇਹ ਸਾਰਾ ਸਫ਼ਰ ਰੇਲ ਰਾਹੀਂ ਤੈਅ ਕਰਨਾ ਸੀ ਅਤੇ ਅੱਗਿਓਂ ਉਹਨਾਂ ਨੂੰ ਉਮੀਦ ਸੀ ਕਿ ਬੱਸ ਮਿਲ ਜਾਵੇਗੀ। ਸੁਮਿਤ ਨੇ ਨਿਰਦੇਸ਼ ਦਿੱਤਾ ਕਿ ਉਹ ਰਾਜੂ ਨੂੰ ਉਸਦੇ ਪਿੰਡ ਲਿਜਾ ਕੇ ਉਸਦੇ ਘਰ ਉਸਦੀ ਮਾਂ ਨੂੰ ਸੌਂਪ ਦੇਵੇਗਾ।
ਐਸਡੀਐਮ ਮਾਦਰੀ ਕੋਲ ਨੂੰ ਡਰ ਸੀ ਕਿ ਕਿਤੇ ਉਹ ਮੁੜ ਇਸ ਮਿਹਨਤ ਮਜ਼ਦੂਰੀ ਦੇ ਧੰਦੇ ਵਿੱਚ ਵਾਪਸ ਨਾ ਆ ਫਸੇ। ਇਹ ਵੀ ਹੋ ਸਕਦਾ ਸੀ ਕਿ ਇਸ ਦਾ ਮਾਮਾ ਲਾਲਚੀ ਹੋਵੇ ਤੇ ਇਸ ਨੂੰ ਛੋਟੀ ਉਮਰ ਵਿੱਚ ਪੜ੍ਹਨ ਲਈ ਸ਼ਹਿਰ ਲੈ ਕੇ ਆਇਆ ਹੋਵੇ, ਪਰ ਉਸ ਨੂੰ ਪੜ੍ਹਾਉਣ ਦੀ ਥਾਂ ਕੰਮ ਤੇ ਲਾ ਦਿੱਤਾ ਹੋਵੇ। 2 ਦਿਨ ਤੋਂ ਉਸਦੇ ਮਾਮੇ ਦੀ ਦੱਸੇ ਪਤੇ ਉੱਪਰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਪਰ ਉਹ ਲਾਪਤਾ ਸੀ। ਸ਼ਾਇਦ ਉਸ ਨੂੰ ਰਾਜੂ ਦੇ ਫੜੇ ਜਾਣ ਬਾਰੇ ਪਤਾ ਲੱਗ ਗਿਆ ਹੋਵੇ। ਪੁਲਿਸ ਦੀਆਂ ਅਜਿਹੀਆਂ ਘਟਨਾਵਾਂ ਮਗਰੋਂ ਦੋਸ਼ੀ ਅਕਸਰ ਫਰਾਰ ਹੋ ਜਾਂਦੇ ਹਨ। ਉਹ ਇਹ ਕਾਰਖਾਨੇ ਵਿੱਚ ਚੌਂਕੀਦਾਰ ਵਜੋਂ ਕੰਮ ਕਰਦਾ ਸੀ। ਸੁਮਿਤ ਨੂੰ ਉਮੀਦ ਸੀ ਕਿ ਰਾਜੂ ਨੂੰ ਛੱਡ ਕੇ 2 ਦਿਨ ਵਿੱਚ ਹੀ ਵਾਪਸ ਆ ਜਾਵੇਗਾ। ਪ੍ਰੋਜੈਕਟਰ ਉੱਪਰ ਆ ਜਾਵੇਗਾ। ਉਹ ਉਹਨਾਂ ਬੱਚਿਆਂ ਉੱਪਰ ਇੱਕ ਪ੍ਰੋਜੈਕਟ ਤੇ ਕੰਮ ਕਰ ਰਿਹਾ ਸੀ ਜਿਹੜੇ ਕਿਸੇ ਡਰ ਤੋਂ ਭੱਜ ਕੇ ਘਰੋਂ ਭੱਜ ਜਾਂਦੇ ਹਨ ਤੇ ਫਿਰ ਕਿਸੇ ਨਾ ਕਿਸੇ ਜ਼ੁਲਮ ਵਿੱਚ ਸ਼ਾਮਲ ਹੋ ਜਾਂਦੇ ਹਨ। ਇਸ ਕੰਮ ਵਿੱਚ ਉਸ ਨੂੰ ਪੁਲਿਸ ਦੇ ਨਾਲ ਪ੍ਰਸ਼ਾਸਨ ਦੇ ਸਹਿਯੋਗ ਦੀ ਲੋੜ ਸੀ। ਮਾਦਰੀ ਕੋਲ ਜੋ ਉਸ ਦੇ ਅਧਿਆਪਕ ਦੀ ਹੀ ਵਿਦਿਆਰਥਣ ਸੀ, ਸੁਮਿਤ ਦੀ ਮਦਦ ਕਰ ਰਹੀ ਸੀ। ਇਹ ਛਾਪਾ ਅਸਲ ਵਿੱਚ ਉਹਨਾਂ ਬੱਚਿਆਂ ਦੀ ਭਾਲ ਵਿੱਚ ਸੀ ਜਿਹੜੇ ਇੱਕ ਚੋਰੀ ਦੇ ਕੇਸ ਵਿੱਚ ਲੋੜੀਂਦੇ ਸਨ। ਸੁਮਿਤ ਇਸ ਛਾਪਾ ਮਾਰਨ ਵਾਲੀ ਟੀਮ ਦਾ ਮੈਂਬਰ ਸੀ। ਹੁਣ ਰਾਜੂ ਨੂੰ ਘਰ ਪਹੁੰਚਣ ਦੀ ਜ਼ਿੰਮੇਵਾਰੀ ਮੈਡਮ ਕੋਲ ਨੇ ਉਸ ਨੂੰ ਸੌਂਪੀ ਸੀ। ਸੁਮਿਤ ਨੇ ਸਾਰੇ ਰਾਸਤੇ ਰਾਜੂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰੰਤੂ ਉਹ ਉਸ ਨੂੰ ਕੁਝ ਵੀ ਨਹੀਂ ਸੀ ਦੱਸ ਰਿਹਾ। ਸ਼ਾਇਦ ਉਹ ਉਸ ਤੋਂ ਡਰ ਰਿਹਾ ਸੀ। ਗੱਡੀ ਦਾ ਲੰਬਾ ਸਫ਼ਰ ਸੀ ਤੇ ਸੁਮਿਤ ਨੇ ਖਾਲੀ ਵਕਤ ਗੁਜ਼ਾਰਨ ਲਈ 2-1 ਕਿਤਾਬਾਂ ਆਪਣੇ ਝੋਲੀ ਵਿੱਚ ਰੱਖੀਆਂ ਹੋਈਆਂ ਸਨ। ਲਗਭਗ 28 ਘੰਟੇ ਦੇ ਸਫ਼ਰ ਤੋਂ ਬਾਅਦ ਉਹ ਬਿਹਾਰ ਦੀ ਸੀਮਾ ਵਿੱਚ ਦਾਖਲ ਹੋਏ। ਸਟੇਸ਼ਨ ਉੱਪਰ उतरने तो बाद उसने राजू ने पूछा, यहाँ से कैसे जाते हो गांव को? बस में जाते हो? अच्छा, ये बस कहाँ से मिलेगी? ओहों से। अपने देश की बोली ते हवा कुछ होर ही हुंदी है। उसदे चेहरे उपर कुछ रौनक वापस आई। हुण कोई ना कोई गल करन दी हालत विच सी। राजू ने दस्सिया कि उसका परिवार खेती करता है ते उसदे परिवार विच उसदी माँ तो बिना 4 भैणां ते एक बुढ़ी दादी सी। सुमित दे बार-बार पुछण ते उसने अपने पिता बारे कुछ नहीं दस्सिया। अद्धा दिन सारा दिन उन्हां शहर विच इधर उधर घुमदे लंघा दित्ती। सुमित नूं राजू दीयां गल्लां तो यह महसूस हो रहा सी कि वह अपने घर वापस नहीं जाना चाहुंदा सी, पर अजिही किहड़ी गल सी जो उस नूं घर जाण तो रोक रही सी। हाले ओह राजू दे पिंड तो कोई 150 किलोमीटर दूर सन। सुमित ने राजू नूं कुरेदना शुरू किया। कुरेदना मीनस उस बच्चे जांच पड़ताल पुछगिछ करनी शुरू की, पर वह होर कुछ नहीं दस्सण लई तैयार होया। दोनों ने एक ढाबे तो नाश्ता किया ते उस दे पिंड जाण वाली बस विच बैठ गए। सारी रात दे सफ़र दा थकिया होया सुमित उग रहा सी, पर नाल ही राजू ਉੱਪਰ ਅੱਖ ਵੀ ਰੱਖੀ ਸੀ। ਪਤਾ ਨਹੀਂ ਉਸ ਨੂੰ ਕਿਉਂ ਲੱਗ ਰਿਹਾ ਸੀ ਕਿ ਰਾਜੂ ਕਿਤੇ ਖਿਸਕ ਨਾ ਜਾਏ। ਉਸ ਨੇ ਰਾਜੂ ਨੂੰ ਬਾਂਹ ਤੋਂ ਫੜ ਕੇ ਬਿਠਾਇਆ ਤੇ ਫਿਰ ਖਿੱਚ ਕੇ ਆਪਣੇ ਦੂਸਰੇ ਪਾਸੇ ਬਿਠਾ ਲਿਆ। ਹੁਣ ਰਾਜੂ ਦਾ ਧਿਆਨ ਬਾਹਰ ਹਰੇ ਹਰੇ ਝੋਨੇ ਦੇ ਖੇਤਾਂ ਵੱਲ ਸੀ। ਹੁਣ ਸੁਮਿਤ ਨਿਸ਼ਚਿਤ ਸੌਂ ਸਕਦਾ ਸੀ। ਉਸ ਨੇ ਅਗਲੀ ਸੀਟ ਦੇ ਡੰਡੇ ਉੱਪਰ ਸਿਰ ਰੱਖ ਕੇ ਨੀਂਦ ਲੈਣੀ ਚਾਹੀ। ਰਾਜੂ ਬਾਰ-ਬਾਰ ਉਂਗਲਾਂ ਉੱਪਰ ਕੁਝ ਗਿਣ ਰਿਹਾ ਸੀ। ਉਹ ਕੁਝ ਬੁੜਬੜਾ ਵੀ ਰਿਹਾ ਸੀ। ਭਈਆ ਇੱਕ ਬਾਤ ਬੋਲੂ, ਮਾਰੋਗੇ ਤਾਂ ਨਹੀਂ? ਰਾਜੂ ਸੁਮਿਤ ਨੂੰ ਭਈਆ ਬੁਲਾ ਰਿਹਾ ਸੀ। ਦਿੱਲੀ ਵਿੱਚ ਉਹ ਉਸ ਨੂੰ ਅੰਕਲ ਅੰਕਲ ਹੀ ਆਖੀ ਜਾ ਰਿਹਾ ਸੀ। ਹਾਂ ਬੋਲ, ਕਿਆ ਕਹਤੇ ਹੋ? भैया वो कारखाने वाला ठेकेदार है जौन सा फैक्ट्री चलाता है, उससे मैंने 5 महीने का पैसा लेना है, वो मुझे दिला दो। कितना पैसा देता है था वो? सुमित ने पूछा।
मुझे 2,000 मिलता था, ओवर टाइम अलग। अच्छा, कितने पैसे लेना है तूने? कुछ मिलाकर 12,000 होगा। 12,000 ਇੱਕ ਚੰਗੀ ਰਕਮ ਸੀ ਤੇ ਉਸ ਨੂੰ ਛੱਡਿਆ ਨਹੀਂ ਸੀ ਜਾ ਸਕਦਾ। ਠੇਕੇਦਾਰ ਫੜਿਆ ਜਾ ਚੁੱਕਾ ਸੀ। ਇਸ ਵਿਚਾਰੇ ਮੁੰਡੇ ਦੇ ਪੈਸੇ ਮੁੜ ਸਕਦੇ ਸਨ। ਸਿਰਫ ਇੱਕ ਫੋਨ ਕਰਨ ਨਾਲ ਹੀ ਕੰਮ ਹੋ ਜਾਣਾ ਸੀ। ਪਰ ਫਿਰ ਸੋਚਿਆ ਕਿ ਇੰਨੇ ਪੈਸੇ ਇਹ ਮੁੰਡੇ ਕੀ ਕਰੇਗਾ। ਉਹ ਚੁੱਪ ਰਿਹਾ। ਬੱਸ ਦੇ ਰਸਤੇ ਵਿੱਚ ਇੱਕ ਨਦੀ ਸੀ। ਉਸ ਨਦੀ ਉੱਪਰ ਪੁਲ ਨਹੀਂ ਸੀ। ਬੱਸ ਇੱਕ ਪਾਸੇ ਰੁਕ ਗਈ ਅਤੇ ਦੂਜੇ ਪਾਸੇ ਜਾਣ ਵਾਲੀਆਂ ਸਵਾਰੀਆਂ ਕਿਸ਼ਤੀ ਦੀ ਉਡੀਕ ਕਰ ਰਹੀਆਂ ਸਨ। ਰਾਜੂ, ਐਸੇ ही जाते हो गांव? तुम्हारे गांव को? जी भैया, एक नदी और है, वो गांव के पास। उसकी पुलड़ी उखड़ी हुई है, वो पैदल चल कर पार करनी पड़ती है। वो 3 ਸਾਲ ਪਹਿਲਾਂ ਆਪਣੇ ਮਾਮੇ ਨਾਲ ਸ਼ਹਿਰ ਆਇਆ ਸੀ, ਪਰ ਉਸ ਨੂੰ ਪਿੰਡ ਦੇ ਰਾਹ ਦਾ ਚੱਪਾ ਯਾਦ ਸੀ। 2-3 ਘੰਟੇ ਦੀ ਅਖਿਆਈ ਤੋਂ ਬਾਅਦ ਉਹ ਪਿੰਡ ਪਹੁੰਚ ਗਏ। ਪਿੰਡ ਵਿੱਚ ਵੜਨ ਤੋਂ ਪਹਿਲਾਂ ਉਹਨਾਂ ਨੇ ਸਰਪੰਚ ਦਾ ਪੁੱਛਿਆ। ਸਰਕਾਰੀ ਕੰਮ ਦਾ ਨਾਂ ਸੁਣ ਕੇ ਸਰਪੰਚ ਵੀ ਉਹਨਾਂ ਨਾਲ ਹੋ ਗਿਆ ਅਤੇ ਉਹਨਾਂ ਨੂੰ ਰਾਜੂ ਦੇ ਘਰ ਲੈ ਗਿਆ। ਘਰ ਦੇ ਨਾਂ ਉੱਪਰ ਇੱਕ ਟੁੱਟੀ ਜਿਹੀ ਕੱਚੀ ਘਾਹ ਫੂਸ ਦੀ ਝੌਂਪੜੀ ਸੀ, ਜਿਸ ਦੇ ਦਰਵਾਜ਼ੇ ਦੇ ਨਾਂ ਉੱਪਰ ਸਿਰਫ ਬਾਂਸ ਦਾ ਇੱਕ ਖੜਕਾ ਜਿਹਾ ਲੱਗਾ ਹੋਇਆ ਸੀ। ਉਹਨਾਂ ਦਾ ਸਾਹਮਣਾ ਸਭ ਤੋਂ ਪਹਿਲਾਂ ਰਾਜੂ ਦੀ ਦਾਦੀ ਨਾਲ ਹੋਇਆ। ਉਹ ਤਾਂ ਰਾਜੂ ਨੂੰ ਦੇਖਦਿਆਂ ਤਾਹਾਂ ਮਾਰ ਕੇ ਰੋਣ ਲੱਗ ਪਈ। ਸੁਮਿਤ ਨੇ ਸਮਝਿਆ ਕਿ ਸ਼ਾਇਦ ਉਹ ਆਪਣੇ ਪੋਤੇ ਨੂੰ ਦੇਖ ਕੇ ਖੁਸ਼ੀ ਵਿੱਚ ਰੋ ਰਹੀ ਹੈ, ਪਰ ਹੌਲੀ-ਹੌਲੀ ਸੁਮਿਤ ਨੂੰ ਸਮਝ ਆਈ ਕਿ ਉਹਨਾਂ ਦੇ ਰੋਣ ਪਿੱਛੇ ਇੱਕ ਪੂਰੀ ਦਰਦ ਭਰੀ ਕਹਾਣੀ ਛੁਪੀ ਹੋਈ ਸੀ। ਸਰਪੰਚ ਨੇ ਟੁੱਟੀ-ਫੁੱਟੀ ਹਿੰਦੀ ਵਿੱਚ ਸੁਮਿਤ ਨੂੰ ਸਮਝਾਇਆ, ਰਾਜੂ ਦਾ ਪਿਤਾ ਨਦੀ ਵਿੱਚ ਡੁੱਬ ਕੇ ਮਰ ਗਿਆ ਸੀ। ਜ਼ਮੀਨ ਬਹੁਤ ਥੋੜੀ ਹੈ, ਇਸ ਦੀਆਂ 4 ਭੈਣਾਂ ਹਨ ਤੇ ਇਹ ਇਕੱਲਾ ਮਰਦ ਹੈ। ਘਰ ਦਾ ਇਹ ਸ਼ਹਿਰ ਰੇਸ਼ਮ ਦੇ ਕਾਰਖਾਨੇ ਵਿੱਚ ਕੰਮ ਕਰਨ ਗਿਆ ਸੀ। ਇਸ ਦਾ ਮਾਮਾ ਉੱਥੇ ਕਿਸੇ ਦੂਸਰੇ ਕਾਰਖਾਨੇ ਵਿੱਚ ਨੌਕਰ ਹੈ। ਉਸ ਭਲੇ ਮਾਨਸ ਨੇ ਰਾਜੂ ਨੂੰ ਆਪਣੇ ਇੱਕ ਦੋਸਤ ਕੋਲ ਰਖਵਾ ਦਿੱਤਾ। ਉਸ ਨੇ ਰਾਜੂ ਨੂੰ ਜਰੀ ਗੋਟੇ ਦੀ ਕਢਾਈ ਤੇ ਕੰਮ ਵਿੱਚ ਉਤਪੰਨ ਕਰਕੇ ਠੇਕੇਦਾਰ ਕੋਲ ਪੱਕਾ ਕੰਮ ਲਵਾ ਦਿੱਤਾ। ਹੁਣ ਇਸ ਮੁੰਡੇ ਦੇ ਪੈਸਿਆਂ ਨਾਲ ਹੀ ਘਰ ਗੁਜ਼ਾਰਾ ਚੱਲਦਾ ਹੈ। ਇਸ ਦੀ ਮਾਂ ਬਿਮਾਰ ਹੈ ਤੇ ਪਤੀ ਦੀ ਮੌਤ ਤੋਂ ਬਾਅਦ ਬਿਸਤਰੇ ਜੋਗੀ ਹੀ ਰਹਿ ਗਈ ਹੈ। ਬੁੱਢੀ ਦਾਦੀ ਹੀ ਘਰ ਦੀ ਜ਼ਿੰਮੇਵਾਰੀ ਸੰਭਾਲ ਰਹੀ ਹੈ। ਰਾਜੂ ਨੂੰ ਸ਼ਹਿਰ ਭੇਜਣ ਦਾ ਫੈਸਲਾ ਵੀ ਦਾਦੀ ਦਾ ਹੀ ਸੀ। ਉਹ ਇਸ ਲਈ ਰੋ ਰਹੀ ਹੈ ਕਿ ਰਾਜੂ ਦੇ ਵਾਪਸ ਆਉਣ ਨਾਲ ਘਰ ਦੀ ਆਮਦ ਦਾ ਆਖਰੀ ਸਾਧਨ ਵੀ ਬੰਦ ਹੋ ਗਿਆ ਸੀ। ਸੁਮਿਤ ਦਾ ਮਨ ਕ੍ਰੋਧ ਨਾਲ ਭਰ ਗਿਆ। ਉਸ ਦਾ ਜੀ ਕਰ ਰਿਹਾ ਸੀ ਕਿ ਉਹ ਉਸ ਮੈਜਿਸਟ੍ਰੇਟ ਤੇ ਬਾਲ ਮਜ਼ਦੂਰੀ ਰੋਕੂ ਵਿਭਾਗ ਨੂੰ ਇੱਥੇ ਤੱਕ ਲੈ ਆਵੇ ਅਤੇ ਦਿਖਾਵੇ ਇਹ ਬੱਚੇ ਕਿੱਥੇ ਜਾਣ, ਜਿਹੜੇ ਜੰਮਦੇ ਸਾਰੀ ਜ਼ਿੰਮੇਦਾਰੀ ਦੇ ਬੋਝ ਹੇਠਾਂ ਆ ਜਾਂਦੇ ਨੇ। ਸੁਮਿਤ ਨੇ ਮਾਦਰੀ ਕੋਲ ਨੂੰ ਫੋਨ ਮਿਲਾਇਆ ਅਤੇ ਮੈਡਮ, ਅੱਜ ਤਾਂ ਗਰੀਬ ਮਾਰ ਹੋ ਗਈ। ਸਾਨੂੰ ਰਾਜੂ ਨੂੰ ਪਿੰਡ ਨਹੀਂ ਸੀ ਭੇਜਣਾ ਚਾਹੀਦਾ। ਤੁਹਾਡਾ ਇਹ ਫੈਸਲਾ ਅੱਗਿਓਂ ਉਹ ਕੁਝ ਨਾ ਬੋਲ ਸਕਿਆ। ਉਸ ਦਾ ਗੱਚ ਭਰ ਗਿਆ। ਗੱਚ ਮੀਨਸ ਕਿ ਬੱਚੇ ਉਹਦਾ ਮਨ ਜਿਹੜਾ ਭਰ ਗਿਆ ਦਰਦ ਦੇ ਨਾਲ। ਠੀਕ ਹੈ, ਕਿ ਉਹ ਭਾਵੁਕਤਾ ਹੋ ਗਈ ਉਹਦੇ ਅੰਦਰ। ਇੱਕਦਮ ਜਦੋਂ ਸਾਡਾ ਰੋਣ ਦਾ ਮੂਡ ਹੁੰਦਾ ਨਾ, ਮਤਲਬ ਇੱਕਦਮ ਜਦੋਂ ਸਾਡੇ ਅੰਦਰ ਭਾਵਨਾ ਜ਼ਿਆਦਾ ਭਰ ਜਾਂਦੀ ਹੈ, ਜਾਂ ਖੁਸ਼ੀ ਦੀ ਜਾਂ ਗਮੀ ਦੀ, ਉਹ ਭਾਵਨਾ ਘੁੱਟ ਕੇ ਸਾਡੇ ਅੰਦਰ ਭਰ ਜਾਂਦੀ, ਤੇ ਉਸ ਟਾਈਮ ਸਾਡੇ ਅੰਦਰੋਂ ਮੂੰਹ 'ਚੋਂ ਬੋਲ ਨਹੀਂ ਨਿਕਲਦੇ। ਠੀਕ ਹੈ, ਉਹ ਬੋਲ ਸਾਡੇ ਮਨ ਦੇ ਅੰਦਰ ਹੀ ਦੱਬੇ ਰਹਿ ਜਾਂਦੇ ਤੇ ਸਾਡੇ ਉਹ ਜਿਹੜੇ ਬੋਲ ਆ ਅਥਰੂਆਂ ਰਾਹੀਂ ਬਾਹਰ ਛਿਲਕ ਪੈਂਦੇ ਹਨ। ਅੱਜ ਦੇ ਲੈਕਚਰ ਇੰਨਾ। ਥੈਂਕ ਯੂ। ਹੈਵ ਅ ਨਾਈਸ ਡੇ।